Today we are going to start global investment. So in this we are going to start, that is meaning of global investment, then its benefits, then various options available for global investment. ਸੋ ਗਲੋਬਲ ਇਨਵੈਸਟਮੈਂਟ ਹੈ ਕੀ? ਕਹਿੰਦੇ ਗਲੋਬਲ ਇਨਵੈਸਟਮੈਂਟ ਉਹ ਵਾਲੀ ਸਟ੍ਰੈਟਜੀ ਹੈ ਜਿੰਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਗਲੋਬਲ ਬੇਸਡ ਇਨਵੈਸਟਮੈਂਟ ਇੰਸਟਰੂਮੈਂਟਸ ਦੇ ਵਿੱਚ ਪੈਸਾ ਲਗਾਉਂਦੇ ਹਾਂ, ਜਿਵੇਂ ਕਿ ਮਿਊਚੁਅਲ ਫੰਡਸ ਹੋ ਗਏ, ADRs, GDRs, ਐਕਸਚੇਂਜ ਟ੍ਰੇਡ ਫੰਡਸ ਐਂਡ FDI. Later on we will discuss. Then there is benefits of global investment. It is very important to make investment at a global level. First is spreading risk. अगर तुसी, as we know that the main objective of investor is to reduce the risk. It is only possible if he makes diversification. Diversification ਦੇ ਵਿੱਚ ਕੀ ਕਰੋ, foreign investments ਕਰ ਦੋ, ਉਹਦੇ ਨਾਲ ਕੀ ਹੋਏਗਾ, ਜਿਹੜਾ ਤੁਹਾਡਾ ਰਿਸਕ ਹੈ ਉਹ ਰਿਡਿਊਸ ਹੋਣਾ ਸ਼ੁਰੂ ਹੋ ਜਾਏਗਾ. ਫੋਰ ਐਗਜ਼ਾਮਪਲ ਕੋਈ US ਇਨਵੈਸਟਰ ਹੈ, ਉਹ ਰਸ਼ੀਆ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰ ਰਿਹਾ ਵਿਦ ਦੀ ਹੈਲਪ ਆਫ ADR, that is ਅਮਰੀਕਨ ਡਿਪੋਜ਼ਿਟਰੀ ਰਿਸਿਪਟ. ਭਾਵੇਂ ਉਹਦੇ ਸਾਨੂੰ ਲੋਅਰ ਐਕਸਪੈਕਟਡ ਰਿਟਰਨ ਮਿਲਦਾ ਪਿਆ ਹੈ, ਬਟ ਸਟਿਲ ਸਾਨੂੰ ਉਹਦਾ ਫਾਇਦਾ ਹੋਏਗਾ, ਬਿਕੋਜ਼ ਜਿਹੜਾ ਸਾਡਾ ਰਿਸਕ ਰਿਡਿਊਸ ਹੋਇਆ ਉਹ ਜ਼ਿਆਦਾ ਹੈ ਐਜ਼ ਕੰਪੇਅਰ ਟੂ ਲੋਅਰ ਐਕਸਪੈਕਟਡ ਰਿਟਰਨ. ਦੈਨ ਦੇਅਰ ਇਜ਼ ਕੰਟਰੀ ਸਪੈਸੀਫਿਕ ਵੋਲਟੈਲਿਟੀ ਇਜ਼ ਦੇਅਰ. ਇਹਦੇ ਵਿੱਚ ਕੀ ਆ ਜਾਂਦਾ ਹੈ ਕਿ ਕਹਿੰਦੇ ਦੇਰ ਆਰ ਡਿਫਰੈਂਟ ਕੰਟਰੀਜ਼ ਆਰ ਦੇਅਰ. ਹਰ ਕੰਟਰੀ ਦੀ ਆਪਣੀ ਇਕੋਨਮੀ ਹੈ, ਆਪਣੇ ਸਕੇਲ 'ਤੇ ਕੰਪਨੀ ਕੰਮ ਕਰਦੀ ਹੈ, ਹਰ ਕੰਟਰੀ ਦਾ ਆਪਦਾ ਬਿਜ਼ਨਸ ਸਾਈਕਲ ਹੈ. ਅਗਰ ਇੱਕ ਟਾਈਮ 'ਤੇ ਇੱਕ ਕੰਟਰੀ ਦੀ ਇਕੋਨਮੀ ਫਾਲ ਡਾਊਨ ਜਾ ਰਹੀ ਹੈ, ਦੈਨ ਡੈਫੀਨੇਟਲੀ ਜਿਹੜੀ ਕੰਟਰੀ ਦੀ ਇਕੋਨਮੀ ਅਪ ਜਾਏਗੀ ਉਹ ਤੁਹਾਨੂੰ ਬੈਨੀਫਿਟ ਦੇਗੀ. ਰਿਡਿਊਸਡ ਰਿਸਕ ਫਰੋਮ ਐਕਸਚੇਂਜ ਰੇਟਸ. ਕਹਿੰਦੇ ਅਗਰ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਗਲੋਬਲੀ ਲੈਵਲ 'ਤੇ, ਦੈਨ ਜਿੰਨਾ ਐਕਸਚੇਂਜ ਰੇਟ ਆਪਣਾ ਚੇਂਜ ਹੁੰਦਾ ਹੈ, ਠੀਕ ਹੈ, ਕਰੰਸੀ ਰੇਟ ਯੂ ਕੈਨ ਸੇ ਦੈਟ, ਉਹਦੇ ਨਾਲ ਕੀ ਹੋਏਗਾ, ਜਿਹੜਾ ਤੁਹਾਡਾ ਰਿਸਕ ਹੈ ਉਹ ਵੀ ਰਿਡਿਊਸ ਹੋਏਗਾ. ਅਗਰ ਤੁਸੀਂ ਡਿਫਰੈਂਟ ਕੰਟਰੀਜ਼ 'ਚ ਪੈਸਾ ਲਗਾਉਂਦੇ ਹੋ, ਦੈਨ ਡੈਫੀਨੇਟਲੀ ਜਿਸ ਕੰਟਰੀ ਦਾ ਰੇਟ ਜਿਵੇਂ ਚੱਲ ਰਿਹਾ ਤੁਹਾਨੂੰ ਉਵੇਂ ਉਹਦਾ ਬੈਨੀਫਿਟ ਪ੍ਰੋਵਾਈਡ ਹੋਏਗਾ. ਗੇਨ ਇਨ ਇੰਟਰਨੈਸ਼ਨਲ ਕੈਪੀਟਲ ਐਸੈਟ ਪ੍ਰਾਈਸਿੰਗ. ਕਹਿੰਦੇ ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੇ ਆਪਣੀ ਇਨਵੈਸਟਮੈਂਟ ਆਪਾਂ ਕਰਨੀ ਹੈ ਜਿਹੜੇ ਐਸੈਟਸ ਦੇ ਵਿੱਚ, ਉਹਨਾਂ ਦਾ ਜਿਹੜਾ ਰੇਟ ਹੈ ਉਹ ਡਿਸਾਈਡ ਕੀਤਾ ਜਾਂਦਾ ਔਨ ਦਾ ਬੇਸਿਸ ਆਫ ਇੰਟਰਨੈਸ਼ਨਲ ਕੈਪੀਟਲ ਐਸੈਟ ਪ੍ਰਾਈਸਿੰਗ. ਵਾਟ ਡਜ਼ ਇਟ ਮੀਨ ਕਿ ਪੂਰੇ ਵਰਲਡ ਨੂੰ ਦੇਖਦੇ ਹੋਏ, ਇੰਟਰਨੈਸ਼ਨਲ ਲੈਵਲ ਨੂੰ ਦੇਖਦੇ ਹੋਏ ਆਪਾਂ ਡਿਸਾਈਡ ਕਰਦੇ ਹਾਂ. ਡੈਫੀਨੇਟਲੀ ਅਗਰ ਤੁਸੀਂ ਇਸ ਸਕੇਲ ਨੂੰ ਦੇਖਦੇ ਹੋਏ ਪੈਸਾ ਇਨਵੈਸਟ ਕਰੋਗੇ, ਜਿਹੜਾ ਤੁਹਾਡਾ ਐਕਸਪੈਕਟਡ ਈਲਡ ਹੈਗਾ ਉਹ ਵੀ ਤੁਸੀਂ ਡਿਟਰਮਾਈਨ ਕਰੋਗੇ ਔਨ ਦਿਸ ਇੰਟੀਗ੍ਰੇਸ਼ਨ ਲੈਵਲ, ਜਿਹਦੇ ਨਾਲ ਜਿਹੜੇ ਤੁਹਾਨੂੰ ਰਿਜ਼ਲਟਸ ਹੈ ਪੋਰਟਫੋਲੀਓ ਦੇ ਬਹੁਤ ਅੱਛੇ ਮਿਲਣਗੇ. ਬਿਜ਼ਨਸ ਐਂਡ ਮਾਰਕੀਟ ਓਪਰਚੁਨਿਟੀਜ਼. ਇਫ ਯੂ ਮੇਕ ਇਨਵੈਸਟਮੈਂਟ ਇਨ MNCs, ਜਿਹੜੀਆਂ MNCs ਹੁੰਦੀਆਂ ਉਹ ਕੀ ਕਰਦੀਆਂ, ਰਿਸੋਰਸਿਸ ਨੂੰ ਟ੍ਰਾਂਸਫਰ ਕਰਦੀਆਂ ਫਰੋਮ ਵਨ ਕੰਟਰੀ ਟੂ ਦ ਅਨਦਰ ਕੰਟਰੀ. ਇਨ ਦਿਸ ਵੇ ਦੇ ਗੈਟ ਐਨ ਓਪਰਚੁਨਿਟੀ ਆਫ ਸਕੇਲ ਆਫ ਆਪਰੇਸ਼ਨਸ, ਜਿਹਦੇ ਨਾਲ ਕੀ ਹੁੰਦਾ, ਉਹਨਾਂ ਦੀ ਪ੍ਰੋਡਕਸ਼ਨ ਕੋਸਟ ਘੱਟ ਜਾਂਦੀ ਹੈ. ਪ੍ਰੋਡਕਸ਼ਨ ਕੋਸਟ ਘਟਣ ਨਾਲ ਉਹਨਾਂ ਨੂੰ ਪ੍ਰੋਫਿਟਸ ਜ਼ਿਆਦਾ ਹੁੰਦੇ ਆ. ਜੇ ਪ੍ਰੋਫਿਟਸ ਜ਼ਿਆਦਾ ਹੋਣਗੇ, ਇਨਵੈਸਟਰਸ ਨੂੰ ਜ਼ਿਆਦਾ ਫਾਇਦਾ ਹੁੰਦਾ. ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਮੇਕ ਇਨਵੈਸਟਮੈਂਟ ਇਨ MNCs. ਦੈਨ ਦੇਅਰ ਇਜ਼ ਫਾਸਟੈਸਟ ਗਰੋਥ ਇਜ਼ ਦੇਅਰ. ਕਹਿੰਦੇ ਅਗਰ ਤੁਸੀਂ ਗਲੋਬਲ ਇਨਵੈਸਟਮੈਂਟ ਕਰਦੇ ਹੋ, ਆਪਣੇ ਪੋਰਟਫੋਲੀਓ ਦੇ ਵਿੱਚ ਕੁਝ ਰੇਸ਼ੋ ਗਲੋਬਲ ਇਨਵੈਸਟਮੈਂਟ ਦੇ ਲਈ ਰੱਖੋਗੇ, ਦੈਨ ਉਸ ਪੋਰਟਫੋਲੀਓ ਦੀ ਕੈਪੀਟਲ ਗਰੋਥ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਅਗਰ ਤੁਸੀਂ ਸਿਰਫ ਡੋਮੈਸਟਿਕ ਲੈਵਲ 'ਤੇ ਇਨਵੈਸਟਮੈਂਟ ਕਰਦੇ ਹੋ. ਟੈਕਸ ਰਿਡਕਸ਼ਨ. As we know that in India there are various taxes are there, like long term tax is there, short term tax is there, but कुछ countries ਦੇ ਵਿੱਚ FDI ਨੂੰ impress ਕਰਨ ਦੇ ਲਈ offshore, like you can say that taxes ਨੂੰ ਘਟਾਇਆ ਗਿਆ ਹੈ. ਉਹ ਅਗਰ ਤੁਸੀਂ ਉਹ opportunity ਲੈਣਾ ਚਾਹੁੰਦੇ ਹੋ, then it is very important to make investment at a global level. Asset protection is there. ਇਹਦੇ ਵਿੱਚੋਂ ਕੀ ਕਹਿ ਰਿਹਾ ਹੈ, ਕਹਿੰਦੇ ਅਗਰ ਆਪਣੀ ਐਸੈਟ ਪ੍ਰੋਟੈਕਸ਼ਨ, ਇਫ ਯੂ ਵਾਂਟ ਟੂ ਪ੍ਰੋਟੈਕਟ ਯੂਰ ਐਸੈਟ, ਫੋਰ ਐਗਜ਼ਾਮਪਲ ਯੂ ਹੈਵ ਕੈਸ਼ ਵਿਦ ਯੂ, ਤੁਸੀਂ ਉਹਨੂੰ ਇਨਵੈਸਟ ਕੀਤਾ ਹੈਗਾ ਰੀਅਲ ਐਸਟੇਟ ਦੇ ਵਿੱਚ. ਅੱਜ ਦੀ ਡੇਟ ਦੇ ਵਿੱਚ ਜਿਹੜੀ ਰੀਅਲ ਐਸਟੇਟ ਦੀ ਪ੍ਰੋਪਰਟੀ ਹੈ ਉਹ ਬਹੁਤ ਫਾਲ ਡਾਊਨ ਕਰ ਰਹੀ ਹੈ. ਦੈਨ ਇਟ ਇਜ਼ ਅ ਬੈਟਰ ਆਪਸ਼ਨ ਕਿ ਤੁਸੀਂ ਕੀ ਕਰੋ, ਉਹਦੇ 'ਚੋਂ ਪੈਸਾ ਨਿਕਾਲ ਕੇ ਉਹਨੂੰ ਕਿਤੇ ਇਨਵੈਸਟ ਕਰ ਦਿਓ. ਅਗਰ ਤੁਸੀਂ ਬਾਹਰਲੀਆਂ ਕੰਪਨੀ 'ਚ ਇਨਵੈਸਟਮੈਂਟ ਕਰੋਗੇ ਜਿਹੜੀਆਂ ਡਿਵੈਲਪਡ ਕੰਟਰੀਜ਼ ਦੇ ਵਿੱਚ ਹੈਗੀਆਂ, ਦੈਨ ਡੈਫੀਨੇਟਲੀ ਦੇਅਰ ਮੇ ਬੀ ਅ ਚਾਂਸ ਕਿ ਤੁਹਾਨੂੰ ਉਹਨਾਂ ਦੇ ਰਿਟਰਨ ਆਉਣਾ ਸ਼ੁਰੂ ਹੋ ਜਾਵੇ. ਇਨ ਦਿਸ ਵੇ ਯੂ ਪ੍ਰੋਟੈਕਟ ਯੂਰ ਐਸੈਟਸ. ਦੈਨ ਦੇਅਰ ਇਜ਼ ਕਨਫੀਡੈਂਸ਼ੀਅਲਿਟੀ. ਕਹਿੰਦੇ ਜਿਹੜੇ ਆਪਣੇ ਕਾਫੀ ਇਨਵੈਸਟਰਸ ਹੈਗੇ ਹੈ ਮਾਰਕੀਟ ਦੇ ਵਿੱਚ, ਜਿਹੜੇ ਕਿ ਹਾਈ ਸਕੇਲ ਦੇ ਇਨਵੈਸਟਰਸ ਹੁੰਦੇ ਆ, ਉਹਨਾਂ ਨੂੰ ਬਹੁਤ ਇੰਪੋਰਟੈਂਟ ਹੁੰਦਾ ਕਿ ਜਿੱਥੇ ਉਹ ਪੈਸਾ ਇਨਵੈਸਟ ਕਰ ਰਹੇ ਹੈ, ਜਿਹੜੀ ਕੰਟਰੀ ਜਿਹੜੀ ਕੰਪਨੀ 'ਚ ਪੈਸਾ ਇਨਵੈਸਟ ਕਰ ਰਹੀ ਹੈ, ਉਹ ਇਨਫੋਰਮੇਸ਼ਨ ਬਾਹਰ ਲੀਕ ਆਊਟ ਨਾ ਹੋਵੇ. ਬਿਕੋਜ਼ ਅਗਰ ਉਹ ਇਨਫੋਰਮੇਸ਼ਨ ਲੀਕ ਆਊਟ ਹੋਏਗੀ, ਦੈਨ ਡੈਫੀਨੇਟਲੀ ਦੇਅਰ ਮੇ ਬੀ ਅ ਚਾਂਸ ਕਿ ਉਹ ਲੋਕ ਉਹਦਾ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਨਗੇ ਕਿ ਜਿਵੇਂ ਉਹ ਬੰਦਾ ਇਨਵੈਸਟਮੈਂਟ ਕਰਦਾ ਸੀ ਉਵੇਂ ਇਨਵੈਸਟਮੈਂਟ ਕਰੀਏ. ਬਟ ਜਿਹੜੀਆਂ ਬਾਹਰਲੀ ਕੰਟਰੀਜ਼ ਹੁੰਦੀਆਂ, ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹਨੂੰ ਕਨਫੀਡੈਂਸ਼ੀਅਲ ਵੇ ਦੇ ਵਿੱਚ ਰੱਖਦੇ ਆ. ਦੈਟਸ ਵਾਈ ਜਿਹੜੇ ਇਨਵੈਸਟਰਸ ਹੈ ਦੇ ਪ੍ਰੈਫਰ ਟੂ ਮੇਕ ਇਨਵੈਸਟਮੈਂਟ ਐਟ ਅ ਗਲੋਬਲ ਲੈਵਲ. Then there is trade benefits are there. ਕਹਿੰਦੇ ਜਿਹੜੀ ਹਾਈਲੀ ਕੰਪੀਟੀਟਿਵ ਟ੍ਰੇਡ ਮਾਰਕੀਟ ਹੈ, marks can be used by MNCs to compete in market. ਆਪਾਂ ਅਗਰ ਤੁਸੀਂ MNC ਦੇ ਵਿੱਚ ਪੈਸਾ ਲਗਾਉਂਦੇ ਹੋ, ਦੈਨ ਡੈਫੀਨੇਟਲੀ ਜਿਹੜੀ MNCs ਹੁੰਦੀਆਂ ਨਾ ਉਹ ਮਾਰਕੀਟ 'ਚ ਬਹੁਤ ਵਧੀਆ ਕੰਪੀਟ ਕਰਦੀ ਹੈ ਐਜ਼ ਕੰਪੇਅਰ ਟੂ ਓਨਲੀ ਡੋਮੈਸਟਿਕ ਕੰਟਰੀ. ਅਗਰ ਉਹ ਕੰਪੀਟ ਬਹੁਤ ਵਧੀਆ ਕਰ ਰਹੀ ਹੈ, ਮਤਲਬ ਉਹਨਾਂ ਦੇ ਕਦੇ ਪ੍ਰੋਫਿਟਸ ਨਹੀਂ ਘਟਣਗੇ. ਅਗਰ ਪ੍ਰੋਫਿਟਸ ਨਹੀਂ ਘਟਣਗੇ ਤੁਹਾਨੂੰ ਲੋਸ ਨਹੀਂ ਹੋਏਗਾ. ਸੋ ਇਨ ਆਰਡਰ ਟੂ ਅਵੇਲ ਦਾ ਟ੍ਰੇਡ ਬੈਨੀਫਿਟਸ, it is very important to make investment at a global level. Then it's a
most important topic, that is various options available for with the investors regarding global investments or various modes of global investment. First we are going to start, that is exchange trade funds. Exchange trade funds है कि an international exchange trade funds is an ETF, is any ETF that invests specifically in foreign based securities. Exchange trade fund ਦਾ मतलब कि just like a mutual fund, ਜਿਹਦੇ 'ਚ ਤੁਸੀਂ ਪੈਸਾ ਇਨਵੈਸਟ ਕਰਦੇ ਹੋ, ਦੈਨ ਉਹ ਫਰਦਰ ਜਿਹੜਾ ਪੈਸਾ ਹੈਗਾ ਫੋਰਨ ਸਿਕਿਉਰਿਟੀਜ਼ ਦੇ ਵਿੱਚ ਲਗਾਇਆ ਜਾਂਦਾ ਹੈ। ਜਿਹੜੇ ਆਹ ਵਾਲੇ ETF ਹੈ ਉਹ ਫੋਕਸ ਕਰਦੇ ਆ ਗਲੋਬਲ, ਰੀਜਨਲ ਤੇ ਸਪੈਸੀਫਿਕ ਕੰਟਰੀ ਦੇ ਉੱਤੇ, ਐਂਡ ਮੇ ਹੋਲਡ ਇਕੁਇਟੀਜ਼ ਔਰ ਫਿਕਸਡ ਇਨਕਮ ਸਿਕਿਉਰਿਟੀਜ਼। ਇਹਦੇ ਵਿੱਚ ਮੋਸਟਲੀ ਕਿੱਥੇ ਪੈਸਾ ਲਗਾਇਆ ਜਾਂਦਾ ਹੈ? ਇਕੁਇਟੀਜ਼ ਦੇ ਵਿੱਚ ਪੈਸਾ ਲਗਾਇਆ ਜਾਂਦਾ ਹੈ, ਫਿਕਸਡ ਇਨਕਮ ਸਿਕਿਉਰਿਟੀਜ਼ ਦੇ ਵਿੱਚ ਪੈਸਾ ਲਗਾਇਆ ਜਾਂਦਾ ਹੈ। ETF tracks global market and track a country specific benchmark index। ਜਦੋਂ ਤੁਸੀਂ ETF ਦੇ ਵਿੱਚ ਪੈਸਾ ਲਗਾਓਗੇ ਉਹ ਗਲੋਬਲ ਮਾਰਕੀਟ ਨੂੰ ਵੀ ਟਰੈਕ ਕਰਦਾ ਹੈ, ਐਂਡ ਜਿਸ ਕੰਟਰੀ ਐਂਡ ਟਰੈਕ ਅ ਕੰਟਰੀ ਸਪੈਸੀਫਿਕ, ਜਿਹੜੀ ਕੰਟਰੀ ਦੇ ETF ਦੇ ਵਿੱਚ ਤੁਸੀਂ ਪੈਸਾ ਲਗਾ ਰਹੇ ਹੋ ਉਹਦੇ ਇੰਡੈਕਸ ਨੂੰ ਵੀ ਟਰੈਕ ਕਰਦਾ ਹੈ। Investor can use these ETFs to diversify the geographical political risk associated with their portfolio. Then there is ADRs are there। ਜਿਹੜੇ ADR ਹੈ ਉਹ ਨੈਗੋਸ਼ੀਏਬਲ ਸਿਕਿਉਰਿਟੀ ਹੈ, ਜਿਹੜੇ ਕਿ ਰਿਪਰੈਜ਼ੈਂਟਸ ਕਰਦੇ ਆ ਸਿਕਿਉਰਿਟੀ ਆਫ ਇਨ ਨॉन US ਕੰਪਨੀ that trade in the US financial market। अगर कोई नॉन US कंपनी ने पैसा फंड लेना है US फाइनेंशियल मार्केट तो then ADRs are there। ADRs ਜਿਹੜੇ ਹੈਗੇ ਉਹ ਲਿਸਟਡ ਹੁੰਦੇ ਆ ਮੋਸਟਲੀ ਔਨ NYSE, that is New York Stock Exchange, and NASDAQ, that is National Association of Securities Dealers Automated Quotations, ਜਿਹੜੇ ਕਿ which have domestic country regulations। अगर तुसी ADRs ਦੇ ਵਿੱਚ ਪੈਸਾ ਲਗਾਉਂਦੇ ਹੋ, ਇਹ ਇਨਵੈਸਟਰਸ ਨੂੰ ਓਪਰਚੁਨਿਟੀ ਦਿੰਦਾ ਹੈ for the diversified and protect them from critical currency and inflationary risk। So there is a working of ADR। For example, there is a US investors, ਉਹ ਪੈਸਾ ਇਨਵੈਸਟ ਕਰਨਾ ਚਾਹੁੰਦਾ ਹੈ ਰਸ਼ੀਆ ਕੰਪਨੀ ਦੇ ਵਿੱਚ, ਦੈਨ ਉਹ ਆਪਣੇ US ਬ੍ਰੋਕਰ ਨੂੰ ਡਿਮਾਂਡ ਕਰੇਗਾ। ਅਗਰ ਤਾਂ US ਬ੍ਰੋਕਰ ਦੇ ਕੋਲ ਆਲਰੇਡੀ US ਮਾਰਕੀਟ ਦੇ ਵਿੱਚ ਪਏ ਹੈ ਸ਼ੇਅਰਸ, ਉਹਨੂੰ ਲੈ ਕੇ ਦੇ ਦੇਗਾ। ਅਗਰ ਨਹੀਂ ਹੈਗੇ ਦੈਨ ਉਹ ਜਾਏਗਾ ਰਸ਼ੀਆ ਬ੍ਰੋਕਰ ਦੇ ਕੋਲ। ਫਿਰ ਰਸ਼ੀਆ ਬ੍ਰੋਕਰ ਕੀ ਕਰੇਗਾ? ਹੋਮ ਮਾਰਕੀਟ 'ਚ ਦੇਖੇਗਾ ਸ਼ੇਅਰਸ ਹੈਗੇ ਕਿ ਨਹੀਂ ਹੈਗੇ। ਅਗਰ ਨਹੀਂ ਹੈਗੇ ਦੈਨ ਉਹ ਕੀ ਹੈ ਰਸ਼ੀਅਨ ਕੰਪਨੀ ਤੋਂ ਸ਼ੇਅਰਸ ਖਰੀਦ ਕੇ ਟ੍ਰਾਂਸਫਰ ਕਰੇਗਾ। ਜਦੋਂ ਹੋਮ ਮਾਰਕੀਟ ਤੋਂ ਸ਼ੇਅਰਸ ਲੋਕਲ ਬ੍ਰੋਕਰ ਖਰੀਦ ਲੈਂਦਾ ਹੈ ਦੈਨ ਉਹ ਡਿਪੋਜ਼ਿਟ ਕਰ ਦਿੰਦਾ ਹੈ ਲੋਕਲ ਕਸਟੋਡੀਅਨ ਦੇ ਕੋਲ। ਦਿਸ ਇਜ਼ ਅ ਰਸ਼ੀਅਨ ਬੈਂਕ, ਠੀਕ ਹੈ, ਜਿਹਦੇ ਡੀਮੈਟ ਅਕਾਊਂਟ ਆਪਾਂ ਓਪਨ ਕਰਦੇ ਹਾਂ। ਦਿਸ ਇਜ਼ ਅ ਲੋਕਲ ਕਸਟੋਡੀਅਨ। ਲੋਕਲ ਕਸਟੋਡੀਅਨ ਟ੍ਰਾਂਸਫਰ ਕਿਹਨੂੰ ਕਰ ਦੇਗਾ? ਡਿਪੋਜ਼ਿਟਰੀ ਬੈਂਕ ਨੂੰ, that is NYSE, NASDAQ, clear। this is a depository bank। NYSE ਜਿਹੜੇ ਨਿਊਯਾਰਕ ਵਗੈਰਾ ਦੇ ਵਿੱਚ ਹੁੰਦੀ ਹੈ। ਦੈਨ ਫਿਰ ਟ੍ਰਾਂਸਫਰ ਸ਼ੇਅਰਸ ਹੋ ਜਾਣਗੇ ਬ੍ਰੋਕਰ ਨੂੰ, ਬ੍ਰੋਕਰ ਤੋਂ ਬਾਅਦ ਕਿਤੇ ਚਲੇ ਜਾਣਗੇ ਇਨਵੈਸਟਰਸ ਨੂੰ। ਸੋ ਇਨ ਦਿਸ ਵੇ ਇਹ ਹੋ ਗਿਆ ਪਰਚੇਜ਼ ਦਾ ਪ੍ਰੋਸੀਜਰ। ਸੇਮ ਇਸੇ ਤਰ੍ਹਾਂ ਚੱਲੇਗਾ ਆਪਣਾ ਸੇਲ ਦਾ ਪ੍ਰੋਸੀਜਰ। ਦੈਨ ਦੇਅਰ ਇਜ਼ GDR ਇਜ਼ ਦੇਅਰ, that is global depository receipts। ਇਹ GDR ਜਿਹੜੇ ਹੈਗੇ ਇਟ ਇਜ਼ ਆਲਸੋ ਨੋਨ ਐਜ਼ ਇੰਟਰਨੈਸ਼ਨਲ ਡਿਪੋਜ਼ਿਟਰੀ ਰਿਸਿਪਟ, is a certificate issued by a depository bank which purchase shares of foreign companies and deposit it on the account। GDR represents on the account। ਜਿਹੜੇ GDR ਉਹ represent ਕਰਦੇ ਆ ownership of an underlying number of shares of foreign company and commonly used to invest in companies by investors in developed market। ਅਗਰ ਜਿਹੜੇ ਇਨਵੈਸਟਰਸ ਹੈ ਡਿਵੈਲਪਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰਨਾ ਚਾਹੁੰਦੇ ਆ ਦੈਨ ਉਹ GDR ਦੇ ਥਰੂ ਇਨਵੈਸਟਮੈਂਟ ਕਰਨਗੇ। ਟਿਪੀਕਲੀ ਜਿਹੜੇ GDRs ਹੈ ਉਹ ਲਿਸਟਡ ਹੁੰਦੀ ਹੈ ਫਰੈਂਕਫਰਟ ਸਟਾਕ ਐਕਸਚੇਂਜ ਤੇ, ਲਗਜ਼ਮਬਰਗ, ਦੈਨ ਦਾ ਲੰਡਨ ਸਟਾਕ ਐਕਸਚੇਂਜ ਦੇ ਵਿੱਚ। ਦੈਨ ਦੇਅਰ ਇਜ਼ ਮਿਊਚੁਅਲ ਫੰਡਸ ਆਰ ਦੇਅਰ। ਇਨਵੈਸਟਰਸ ਜਿਹੜੇ ਹੈਗੇ ਆ ਉਹ ਆਪਣੇ ਰਿਸਕ ਨੂੰ ਡਾਇਵਰਸੀਫਾਈ ਕਰ ਸਕਦੇ ਆ ਵਿਦ ਦੀ ਹੈਲਪ ਆਫ ਡੋਮੈਸਟਿਕ ਮਿਊਚੁਅਲ ਫੰਡ ਆਲਸੋ, ਜਿਹੜੇ ਫਰਦਰ ਪੈਸਾ ਇਨਵੈਸਟ ਕਰਦੇ ਹੈ ਫੋਰਨ ਸਟਾਕਸ ਦੇ ਵਿੱਚ ਜਾਂ ਫੋਰਨ ਐਸੈਟਸ ਦੇ ਵਿੱਚ। ਫੋਰ ਐਗਜ਼ਾਮਪਲ ਦੇਅਰ ਇਜ਼ ਟਾਟਾ ਇੰਡੋ ਗਲੋਬਲ ਇਨਫਰਾਸਟਰਕਚਰ ਫੰਡਸ, ਜਿਹੜੇ ਕਿ ਫਰਦਰ ਇਨਵੈਸਟਮੈਂਟ ਕਰਦੇ ਹੈ ਇੰਟਰਨੈਸ਼ਨਲ ਇਨਫਰਾਸਟਰਕਚਰ ਕੰਪਨੀਜ਼ ਦੇ ਵਿੱਚ। ਬੇਸਿਕਲੀ ਮਿਊਚੁਅਲ ਫੰਡਸ ਦੇ ਬੇਸ ਦੇ ਉੱਤੇ ਅਸੀਂ ਦੋ ਜਗ੍ਹਾ 'ਤੇ ਦੋ ਸਕੀਮ ਸਾਡੇ ਕੋਲ ਅਵੇਲੇਬਲ ਹੁੰਦੀਆਂ ਅਗਰ ਤੁਸੀਂ ਗਲੋਬਲ 'ਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਪਹਿਲੀ ਆ ਜਾਂਦੀ ਹੈ ਗਲੋਬਲ ਓਪਰਚੁਨਿਟੀ ਫੰਡ। ਇਹਦੇ ਵਿੱਚ ਕੀ ਹੈ ਇਟ ਇਨਵੈਸਟ 35% ਆਫ ਦਾ ਕਾਰਪਸ ਇਨ ਦਾ ਯੂਰਪ ਲਿਸਟਡ ਕੰਪਨੀਜ਼, ਮਤਲਬ ਜਿੰਨਾ ਤੁਹਾਡਾ ਪੋਰਟਫੋਲੀਓ ਹੈ ਕਲੀਅਰ ਉਹਦਾ 35% ਯੂਰਪ 'ਚ, 35% US, 30% ਏਸ਼ੀਅਨ ਮਾਰਕੀਟ 'ਚ ਲਗਾਇਆ ਜਾਂਦਾ ਹੈ ਜਿੰਨਾ ਤੁਸੀਂ ਪੈਸਾ ਇਨਵੈਸਟ ਕਰ ਰਹੇ ਹੋ ਪਰਟੀਕੂਲਰ ਗਲੋਬਲ ਓਪਰਚੁਨਿਟੀ ਫੰਡਸ ਦੇ ਵਿੱਚ। Then there is funds of funds। Indian mutual funds invest in foreign mutual funds। So these are two schemes are available in a mutual funds अगर तुसी पैसा बाहर लगाना चाहते हो। Then there is global mutual funds are there। It is a type of mutual funds that can invest in companies located anywhere in the world including the investor owned country। ਇਹ ਉਹ ਵਾਲੇ ਮਿਊਚੁਅਲ ਫੰਡਸ ਹੈ ਜਿਹਦੇ ਵਿੱਚ ਤੁਸੀਂ ਪੈਸਾ ਜਦੋਂ ਲਗਾਓਗੇ ਉਹ ਬਾਹਰਲੀਆਂ ਕੰਪਨੀਜ਼ ਵੀ ਕਵਰ ਕਰੇਗਾ। ਇਨਫੈਕਟ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਪੈਸਾ ਲਗਾ ਰਹੇ ਹੋ ਉਹ ਵਾਲੀ ਕੰਪਨੀ ਵੀ
कलैक्ट करेगा। इट प्रोवाइड मोर ग्लोबल अपॉर्चुनिटीज फॉर डाइवर्सिफिकेशन ऑफ इन्वेस्टमेंट, दस act as hedge against inflation and currency risk. Then there is foreign bonds are there. Foreign bond market ਜਿਹੜੀ ਹੈਗੀ ਹੈ ਇਹਦੇ ਵਿੱਚ ਕੀ ਹੈ, comprises of issues floated by foreign companies. ਜਿਹੜੇ foreign bond market ਹੈ ਇਹਦੇ ਵਿੱਚ ਇਹ ਜਿਹੜੇ issues ਕੀਤੇ ਜਾਂਦੇ ਆ ਵਾਲੇ bonds mostly by MNCs in order to raise funds. Some of the major foreign bonds markets are located in US, Switzerland, Japan and Luxembourg. A foreign bond is a bond issued in a domestic market by a foreign entity in the domestic market currency. A foreign bond ਉਹ ਵਾਲੇ bond ਹੈ ਜਿਹੜੇ domestic market ਦੇ ਵਿੱਚ issue ਕੀਤੇ ਜਾਂਦੇ ਹੈ ਤੇ domestic foreign market currency ਦੇ ਵਿੱਚ ਹੀ। For example ਕੋਈ ਅਮਰੀਕਨ ਕੰਪਨੀ ਹੈ, ਅਗਰ ਉਹ bonds issue ਕਰ ਰਹੀ ਹੈ ਏਸ਼ੀਆ ਦੇ ਵਿੱਚ, then ਉਹ ਇੰਡੀਅਨ ਮਾਰਕੀਟ ਐਲੋਨ ਦੇ ਵਿੱਚ ਸ਼ੇਅਰ ਕੀਤੇ ਜਾਣਗੇ ਤੇ ਰੁਪੀਜ਼ ਦੇ ਵਿੱਚ ਉਹਨਾਂ ਨੂੰ ਆਪਾਂ issue ਕਰਾਂਗੇ। then there is euro bonds are there. ਇਹ euro bond ਇੱਕ debt instrument ਹੈ ਜਿਹੜਾ ਕਿ denominate ਕੀਤਾ ਜਾਂਦਾ ਹੈ in a currency other than the home currency. ਇਹਦੇ ਜਦੋਂ ਅਗਰ for example ਅਗਰ ਤੁਸੀਂ ਇੰਡੀਆ 'ਚ issue ਕਰਦੇ ਹੋ then ਰੁਪੀਜ਼ ਦੇ ਵਿੱਚ issue ਨਹੀਂ ਹੋਣਗੇ, ਇਹ euro bonds ਦੇ ਵਿੱਚ issue ਹੋਣਗੇ। So because they help organization raise capital while having the flexibility to issue them in another country, issuance of euro bonds is usually handled by an international syndicate of financial institution on behalf of the borrower ਦੇ behalf ਤੇ ਜਿਹੜੇ issues ਹੁੰਦੇ ਆ ਜਿਹੜੇ borrow ਕਰਦੇ ਆ ਇੰਟਰਨੈਸ਼ਨਲ ਸਿੰਡੀਕੇਟ ਬੈਂਕਸ ਵਗੈਰਾ ਹੈਂਡਲ ਕਰਦੇ ਆ। ਇਹਦੇ 'ਚ ਚੀਜ਼ ਯਾਦ ਰੱਖਣੀ ਹੈ ਫੋਰਨ ਬੌਂਡਸ ਦੇ ਵਿੱਚ ਕੀ ਜਦੋਂ ਆਪਾਂ ਇਸ਼ੂ ਕਰਦੇ ਹਾਂ ਉਹਦੇ ਵਿੱਚ ਕੀ ਹੁੰਦਾ ਵੇ ਮੋਸਟਲੀ ਇਹਨਾਂ ਜਿਹੜੀ ਡੋਮੈਸਟਿਕ ਕੰਟਰੀ ਦੇ ਮਾਰਕੀਟ ਦੇ ਵਿੱਚ ਤੁਸੀਂ ਇਸ਼ੂ ਕਰੋਗੇ ਉਹਦੀ ਕਰੰਸੀ ਵਿੱਚ ਇਸ਼ੂ ਕਰਨਾ ਹੈ। ਇਹਦੇ ਵਿੱਚ ਕੀ ਹੈ other than the home currency, मतलब denominated in a currency other than the home currency or the market in which it is issued. A main difference है foreign bond ਤੇ euro bonds ਦੇ ਵਿੱਚ। Then there is foreign currency convertible bonds. It is a type of convertible bonds ਜਿਹੜੇ ਕਿ ਆਪਾਂ issue ਕਰਦੇ ਹਾਂ currency ਵਿੱਚ different than the issues domestic currency. ਕਿਹੜੀ ਕਰੰਸੀ ਦੇ ਵਿੱਚ ਆਪਾਂ ਇਸ਼ੂ ਕਰਨੇ ਹੈ ਅਨਦਰ ਦੈਨ ਦ ਡੋਮੈਸਟਿਕ ਕਰੰਸੀ। ਇਹ ਉਹ ਵਾਲੇ ਕਨਵਰਟੇਬਲ ਬੌਂਡਸ ਹੈ ਜਿਨ੍ਹਾਂ ਵਿੱਚ ਰੇਸ਼ੋ ਡੈਟ ਤੇ ਇਕੁਇਟੀ ਦੀ ਹੁੰਦੀ ਹੈ। ਇਹ ਵਾਲੇ ਬੌਂਡਸ ਜਿਹੜੇ ਹੈਗੇ ਹੋਲਡਰ ਨੂੰ ਆਪਸ਼ਨ ਦਿੰਦੀ ਹੈ ਕਿ ਉਹ ਕਨਵਰਟ ਕਰ ਸਕਦੇ ਆਪਣੇ ਬੌਂਡਸ ਨੂੰ ਸਟਾਕ ਦੇ ਵਿੱਚ। ਇਸਾਰ ਗੁਜਰਾਤ, ਰਿਲਾਇੰਸ ਇੰਡਸਟਰੀਜ਼, ICICI, ਟਿਸਕੋ ਐਂਡ ਜਿੰਦਲ ਸਟ੍ਰਿਪਸ ਆਰ ਸਮ ਆਫ ਦ ਇੰਡੀਅਨ ਕੰਪਨੀਜ਼ ਜਿਹੜੇ ਆ ਵਾਲੇ ਬੌਂਡਸ ਇਸ਼ੂ ਕਰਦੀ ਹੈ। FCCB carry comparatively low interest rates in comparison to the regular bonds. Then last is Indian depository receipts. Indian depository receipts is the type of receipts ਜਿਹੜੇ ਕਿ ownership declare ਕਰਦੇ ਹੈ regarding the foreign company. These receipts can be listed in India, traded in rupees, same as the you can say this that foreign bonds. The domestic depository will accordingly issue receipts to investors in India. Investors will get an entry in their demat account reflecting their IDR. अगर कोई इंडियन ने बाहर पैसा लगाना है then there is IDR are there जिंदे थ्रू की है सारी ट्रांजैक्शन अपनी रुपीज़ ਦੇ ਵਿੱਚ ਹੋਏਗੀ। ਕੋਈ ਡਿਵੀਡੈਂਡ ਹੈ, ਕੋਈ ਪ੍ਰਿੰਸੀਪਲ ਅਮਾਊਂਟ ਹੈ, ਡੀਮੈਟ ਅਕਾਊਂਟ ਵੀ ਹੈ ਇੰਡੀਆ 'ਚ ਖੁੱਲਿਆ ਜਾਏਗਾ ਬਟ ਪੈਸਾ ਜਿਹੜਾ ਹੈਗਾ ਉਹ ਬੰਦੇ ਦਾ ਕਿੱਥੇ ਜਾ ਰਿਹਾ ਹੈ, ਬਾਹਰ ਜਾ ਰਿਹਾ ਹੈ। ਇਹ ਡਿਪੋਜ਼ਿਟਰੀ ਰਿਸਿਪਟਸ ਜਦੋਂ ਆਪਾਂ ਪੈਸਾ ਲਗਾਉਂਦੇ ਹਾਂ ਸਾਰੀ ਰਿਸਪੌਂਸਿਬਿਲਿਟੀ ਜਿਹੜੀ ਡਿਪੋਜ਼ਿਟਰੀ ਡਿਪਾਰਟਮੈਂਟ ਦੀ ਹੁੰਦੀ ਹੈ ਜਿਹੜੇ ਤੁਹਾਨੂੰ ਸਾਰੀ ਚੇਂਜਸ ਕਰਕੇ ਤੁਹਾਨੂੰ ਪੈਸਾ ਦਿੰਦੀ ਹੈ।